Morning, dear students. Today I am going to explain format of letters. So ਚਿੱਠੀਆਂ ਜਿਹੜੀਆਂ ਉਹ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਤਿੰਨ ਤਰ੍ਹਾਂ ਦੀਆਂ ਮੇਨ ਚਿੱਠੀਆਂ ਹੈ: ਨਿੱਜੀ ਚਿੱਠੀਆਂ, ਸਰਕਾਰੀ ਚਿੱਠੀਆਂ ਤੇ ਵਪਾਰਕ ਚਿੱਠੀਆਂ। ਨਿੱਜੀ ਚਿੱਠੀਆਂ ਪਰਸਨਲ ਲੈਟਰਸ, ਉਹ ਲੈਟਰ ਜੋ ਅਸੀਂ ਆਪਣੇ ਫਰੈਂਡਸ ਨੂੰ ਲਿਖਦੇ ਹਾਂ, ਰਿਲੇਟਿਵਸ ਨੂੰ ਲਿਖਦੇ ਹਾਂ। ਸਰਕਾਰੀ ਚਿੱਠੀਆਂ ਆਫੀਸ਼ੀਅਲ ਲੈਟਰ ਜਿਹੜੀ ਕਿਸੇ ਸਰਕਾਰ ਦੇ ਦਫ਼ਤਰ ਨੂੰ ਲਿਖੀ ਜਾਂਦੀ ਹੈ, ਕਿਸੇ ਮੰਤਰੀ ਨੂੰ ਲਿਖੀ ਜਾਂਦੀ ਹੈ, ਕਿਸੇ ਵੱਡੇ ਅਫਸਰ ਨੂੰ ਲਿਖੀ ਜਾਂਦੀ ਹੈ। ਵਪਾਰਕ ਚਿੱਠੀਆਂ ਉਹ ਜਿਹੜੀਆਂ ਵਪਾਰਕ ਪਰਪਸ ਦੇ ਲਈ ਲਿਖੀਆਂ ਜਾਂਦੀਆਂ। ਫੋਰ ਐਗਜ਼ਾਮਪਲ ਕਿ ਅਸੀਂ ਸ਼ੌਪ ਕਰਦੇ ਹਾਂ ਅਤੇ ਅਸੀਂ ਆਪਣੀ ਸ਼ੌਪ ਦੇ ਲਈ ਸਮਾਨ ਮੰਗਵਾਉਣਾ ਹੈ, ਅਸੀਂ ਉਹ ਜਿਹੜੇ ਅੱਗੇ ਭੇਜਣ ਵਾਲੇ ਡੀਲਰ ਉਹਨਾਂ ਨੂੰ ਚਿੱਠੀਆਂ ਲਿਖਦੇ ਹਾਂ। ਸੋ ਮੇਨ ਤਿੰਨ ਤਰ੍ਹਾਂ ਦੀਆਂ ਚਿੱਠੀਆਂ ਹੈ: ਨਿੱਜੀ ਚਿੱਠੀਆਂ, ਸਰਕਾਰੀ ਚਿੱਠੀਆਂ ਅਤੇ ਵਪਾਰਕ ਚਿੱਠੀਆਂ। ਸਾਡੀ ਸਿਲੇਬਸ 'ਚ ਸਿਰਫ ਨਿੱਜੀ ਚਿੱਠੀਆਂ ਹੈ, ਪਰਸਨਲ ਲੈਟਰ। ਸੋ ਅੱਜ ਮੈਂ ਸਿਰਫ ਪਰਸਨਲ ਲੈਟਰ ਦਾ ਜਿਹੜਾ ਫਾਰਮੈਟ ਐਕਸਪਲੇਨ ਕਰਨ ਜਾ ਰਹੀ। ਹਾਂਜੀ, ਜਿਹੜੀਆਂ ਚਿੱਠੀਆਂ ਹੈ ਉਹ ਪਰਸਨਲ ਲੈਟਰ ਉਹ 5 ਪਾਰਟ 'ਚ ਵੰਡੀਆਂ ਜਾਂਦੀਆਂ ਹੈ। 5 ਪਾਰਟ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾ ਭਾਗ ਆਰੰਭ ਭਾਗ, ਸੈਕਿੰਡ ਸੰਬੋਧਨੀ ਪਦ, ਥਰਡ ਚਿੱਠੀ ਦਾ ਢਾਂਚਾ ਜਾਂ ਮੱਧ ਭਾਗ, ਫੋਰਥ ਅੰਤਿਮ ਭਾਗ ਅਤੇ ਲਾਸਟ ਜਿਹੜਾ ਪੰਜਵਾਂ ਹੈ ਉਹਨੂੰ ਕਹਿੰਦੇ ਆ ਸਿਰਨਾਵਾਂ। ਹਾਂਜੀ, ਹੁਣ ਸਭ ਤੋਂ ਫਸਟ ਪਾਰਟ ਐਕਸਪਲੇਨ ਕਰਨ ਜਾ ਰਹੇ ਹਾਂ, ਆਰੰਭ ਭਾਗ। ਹੁਣ ਚਿੱਠੀ ਦੇ ਆਰੰਭ ਵਿੱਚ ਜਿਹੜੇ ਖੱਬੇ ਪਾਸੇ ਉੱਤੇ ਚੋਟੀ ਮਤਲਬ ਟੌਪ ਦੇ ਉੱਤੇ ਜਿਹੜੇ ਲਿਖਿਆ ਜਾਂਦਾ ਹੈ, ਲਿਖਣ ਵਾਲੇ ਦਾ ਪਤਾ ਅਤੇ ਤਰੀਕ ਲਿਖੀ ਜਾਂਦੀ ਹੈ। ਭਾਵ ਕਿ ਮੈਂ ਚਿੱਠੀ ਕਿਸੇ ਨੂੰ ਲਿਖ ਰਹੀ ਹਾਂ ਅਤੇ ਮੈਂ ਆਪਣਾ ਐਡਰੈਸ ਅਤੇ ਜਿਸ ਡੇਟ ਨੂੰ ਮੈਂ ਚਿੱਠੀ ਲਿਖੀ ਉਹ ਮੈਨਸ਼ਨ ਕਰਾਂਗੀ, ਉਹਨੂੰ ਆਰੰਭ ਭਾਗ ਕਿਹਾ ਜਾਂਦਾ ਹੈ। ਇੱਥੇ ਜਿਵੇਂ ਐਡਰੈਸ ਲਿਖਿਆ ਹੋਇਆ ਹੈ, ਸੋ ਅਸੀਂ ਜਦੋਂ ਪੇਪਰ ਜ਼ਿਆਦਾ ਕਰਕੇ ਸਕੂਲ 'ਚ ਅਸੀਂ ਕੀ ਲਿਖਵਾਉਂਦੇ, ਅਸੀਂ ਪ੍ਰੀਖਿਆ ਭਵਨ, ਮਾਊਂਟ ਕਾਰਮਲ ਸਕੂਲ ਜਾਂ ਊੜਾ ਐਡ ID ਅੱਗੇ ਡੇਟ ਲਿਖਵਾ ਦਿੰਦੇ ਹਾਂ। ਇਹ ਤੋਂ ਭਾਵ ਇਹ ਹੈ ਕਿ ਇਹ ਫਸਟ ਪਾਰਟ ਹੈ ਲੈਟਰ ਦਾ, ਔਰ ਫਸਟ ਪਾਰਟ ਕੀ ਹੈ, ਸਾਡਾ ਆਪਣਾ ਐਡਰੈਸ। ਸੈਕਿੰਡ ਪਾਰਟ ਹੈ ਸੰਬੋਧਨੀ ਪਦ। ਹੁਣ ਆਪਣਾ ਐਡਰੈਸ ਲਿਖਣ ਤੋਂ ਬਾਅਦ ਅਕਸਰ ਤੁਸੀਂ ਦੇਖਿਆ ਹੋਣਾ ਚਿੱਠੀ ਵਿੱਚ ਲਿਖਿਆ ਹੁੰਦਾ ਹੈ ਕਿ ਪਿਆਰੇ ਰਮਨ ਜਾਂ ਸਤਿਕਾਰਯੋਗ ਪਿਤਾ ਜੀ, ਸਤਿਕਾਰਯੋਗ ਚਾਚਾ ਜੀ, ਐਵੇਂ ਲਿਖੇ ਹੁੰਦੇ ਆ ਸ਼ਬਦ, ਮਤਲਬ ਸੰਬੋਧਨੀ ਸ਼ਬਦ ਜਿਹਨੂੰ ਵੀ ਚਿੱਠੀ ਲਿਖੀ ਗਈ ਹੋਵੇ। ਸੋ ਉਹਨੂੰ ਕਹਿੰਦੇ ਸੈਕਿੰਡ ਪਾਰਟ ਸੰਬੋਧਨੀ ਪਦ। ਪਤਾ ਲਿਖਣ ਤੋਂ ਬਾਅਦ ਅਗਲੀ ਲਾਈਨ ਦੇ ਵਿੱਚ ਜਿਹੜੇ ਅਸੀਂ ਇਹਦੇ ਵਿੱਚ ਸੰਬੋਧਨ, ਜਿਸ ਸ਼ਬਦਾਂ ਨਾਲ ਅਸੀਂ ਸੰਬੋਧਨ ਕਰਦੇ ਹਾਂ, ਜਿਹਨੂੰ ਚਿੱਠੀ ਲਿਖ ਰਹੇ ਹਾਂ, ਉਹ ਸ਼ਬਦ ਲਿਖੇ ਜਾਂਦੇ ਆ। ਜੇ ਛੋਟੇ ਭੈਣ ਭਰਾ ਨੂੰ ਹੈ ਤਾਂ ਪਿਆਰੇ ਭਰਾ, ਛੋਟੇ ਵੀਰ, ਹੈ ਨਾ, ਪਿਆਰੀ ਭੈਣ। ਇਹ ਜੇ ਪਿਤਾ ਨੂੰ ਲਿਖੇ ਹੋਏ ਹੈ ਤਾਂ ਆਦਰਨੀय ਪਿਤਾ ਜੀ, ਸਤਿਕਾਰਯੋਗ ਪਿਤਾ ਜੀ, ਇਸੇ ਤਰ੍ਹਾਂ ਕਰਕੇ ਲਿਖੇ ਗਏ ਹੈ। ਜਿਹਨੂੰ ਵੀ ਚਿੱਠੀ ਲਿਖਦੇ ਆ ਉਹਦੇ ਅਕੋਰਡਿੰਗ ਸ਼ਬਦ ਲਿਖੇ ਜਾਂਦੇ ਆ। ਜੇ ਛੋਟਿਆਂ ਨੂੰ ਲਿਖੇ ਗਏ ਆ ਤਾਂ ਪਿਆਰੇ ਵੀਰ, ਪਿਆਰੀ ਭੈਣ, ਵੱਡੇ ਨੂੰ ਤਾਂ ਸਤਿਕਾਰਯੋਗ ਜਾਂ ਆਦਰਨੀय ਕਰਕੇ। ਥਰਡ ਪਾਰਟ ਹੈ ਮੱਧ ਭਾਗ। ਮੱਧ ਭਾਗ ਨੂੰ ਚਿੱਠੀ ਦਾ ਮੇਨ ਢਾਂਚਾ ਵੀ ਕਿਹਾ ਜਾ ਸਕਦਾ, ਸਭ ਤੋਂ ਮੇਨ ਪਾਰਟ ਕਹਿੰਦੇ ਹੈ। ਮੱਧ ਭਾਗ ਵਿੱਚ ਉਹ ਸਾਰਾ ਕੁਝ ਲਿਖਿਆ ਜਾਂਦਾ ਜਿਹਦੇ ਵਾਸਤੇ ਜਿਹੜਾ ਲੈਟਰ ਹੈ ਉਹ ਲਿਖਿਆ ਗਿਆ ਹੈ। ਪੱਤਰ ਦਾ ਪਿਛਲਾ ਮੱਧ ਭਾਗ ਸਿੱਧੇ ਹੀ ਸ਼ੁਰੂ ਕਰਨਾ ਚਾਹੀਦਾ, ਜਿਵੇਂ ਪਿਛਲੇ ਹਫ਼ਤੇ ਤੇਰੀ ਚਿੱਠੀ ਮਿਲੀ। ਹਾਂਜੀ, ਇਹ ਸਿੱਧੇ ਡਾਇਰੈਕਟ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਇੱਕ ਪੈਰਾਗ੍ਰਾਫ ਵੀ ਹੋ ਸਕਦਾ ਹੈ ਅਤੇ ਇੱਕ ਤੋਂ ਜ਼ਿਆਦਾ ਵੀ। ਹਾਂਜੀ, ਮੱਧ ਪਾਰਟ 'ਚ ਵੀ ਸਭ ਤੋਂ ਪਹਿਲੇ ਤੁਸੀਂ ਪੈਰਾਗ੍ਰਾਫ 'ਚ 1-2 ਲਾਈਨਾਂ 'ਚ ਜਿਹੜਾ ਮੇਨ ਪਰਪਸ ਹੈ ਕਿਸੇ ਵੀ ਲੈਟਰ ਲਿਖਣ ਦਾ ਉਹ ਐਕਸਪਲੇਨ ਕਰ ਦਿਓ। ਬਾਅਦ ਵਿੱਚ ਉਹਨੂੰ ਰੀਜ਼ਨ ਜਾਂ ਉਹਦੇ ਲਈ ਪ੍ਰੋਪਰ ਉਹਨੂੰ ਮੈਟਰ ਨੂੰ ਐਕਸਪਲੇਨ ਕੀਤਾ ਜਾਂਦਾ ਹੈ। ਇਹਦੇ 2 ਜਾਂ 3 ਪੈਰਾਗ੍ਰਾਫ ਹੋ ਸਕਦੇ ਹੈ। ਉਹ ਤੋਂ ਅੱਗੇ ਨੈਕਸਟ ਹੈ ਅੰਤਿਮ ਭਾਗ। ਅੰਤਿਮ ਭਾਗ ਵਿੱਚ ਪੱਤਰ ਲਿਖਣ ਵਾਲਾ ਸੰਬੋਧਨ ਕੀਤੇ ਜਾਣ ਵਾਲੇ ਵਿਅਕਤੀ ਪ੍ਰਤੀ ਆਪਣਾ ਰਿਸ਼ਤਾ ਦੱਸ ਕੇ ਆਪਣਾ ਨਾਂ ਲਿਖਦਾ ਹੈ। ਹਾਂਜੀ, ਹੁਣ ਅਸੀਂ ਉੱਪਰ ਸੈਕਿੰਡ ਪਾਰਟ 'ਚ ਕੀਤਾ ਸੀ ਸੰਬੋਧਨੀ ਪਦ। ਉਹਦੇ ਵਿੱਚ ਕੀਤਾ ਸੀ ਕਿ ਜਿਹਨੂੰ ਅਸੀਂ ਲੈਟਰ ਲਿਖ ਰਹੇ ਹਾਂ ਉਹਦੇ ਲਈ ਅਸੀਂ ਕੀ ਸ਼ਬਦ ਯੂਜ਼ ਕਰ ਰਹੇ ਹਾਂ ਉਹ ਲਿਖਦੇ ਹਾਂ। ਅਤੇ ਇਸ ਪਾਰਟ ਦੇ ਵਿੱਚ ਬਿਲਕੁਲ ਉਹਦਾ ਓਪੋਜ਼ਿਟ ਹੈ। ਇਹਦੇ ਵਿੱਚ ਅਸੀਂ ਸਾਡਾ ਕੀ ਉਹਦੇ ਨਾਲ ਰਿਸ਼ਤਾ ਹੈ ਅਸੀਂ ਉਹ ਲਿਖਦੇ ਹਾਂ। ਜਿਵੇਂ ਪੁੱਤਰ ਲਿਖ ਰਿਹਾ ਹੈ ਆਪਣੇ ਪਿਤਾ ਨੂੰ ਅਤੇ ਲਿਖੇਗਾ ਆਪ ਜੀ ਦਾ ਪਿਆਰਾ ਪੁੱਤਰ ਹੈ। ਭਰਾ ਲਿਖ ਰਿਹਾ ਹੈ ਤੇਰਾ ਵੱਡਾ ਭਰਾ, ਤੇਰਾ ਛੋਟਾ ਭਰਾ, ਆਪ ਦਾ ਹਿੱਤੂ, ਲਾਈਕ ਦਿਸ। ਇਹ ਵਾਲੇ ਵਰਡ ਲਿਖਾਂਗੇ। ਅਸੀਂ ਆਪਣਾ ਰਿਸ਼ਤਾ ਦੱਸਾਂਗੇ, ਜਿਹਨੂੰ ਵੀ ਅਸੀਂ ਲੈਟਰ ਲਿਖ ਰਹੇ ਹਾਂ ਉਹਦੇ ਨਾਲ ਜੋ ਰਿਸ਼ਤਾ ਹੈ ਅਸੀਂ ਉਹ ਇੱਥੇ ਲਿਖਾਂਗੇ। ਹਾਂਜੀ, ਅੱਗੇ 5th ਨੰਬਰ 'ਤੇ ਹੈ ਸਿਰਨਾਵਾਂ। ਲਾਸਟ ਪਾਰਟ ਹੈ ਸਿਰਨਾਵਾਂ। ਨੂੰ ਤੁਸੀਂ ਈਜ਼ੀ ਵਰਡ 'ਚ ਕਹਿ ਸਕਦੇ ਹੋ ਐਡਰੈਸ, ਕਿਸੇ ਦਾ ਪਤਾ। ਹੁਣ ਇਹਦੇ ਵਿੱਚ ਜਿਸ ਵੀ ਬੰਦੇ ਨੂੰ ਚਿੱਠੀ ਲਿਖੀ ਗਈ ਹੋਵੇ ਉਸ ਦਾ ਜਿਹੜਾ ਪਤਾ ਹੈ ਉਹ ਲਿਖਿਆ ਜਾਂਦਾ ਹੈ। ਜਿਵੇਂ ਸ਼੍ਰੀ ਨਵੀਨ ਕੁਮਾਰ ਅਗਰਵਾਲ ਇੱਥੇ ਲਿਖਿਆ ਹੋਇਆ ਹੈ, ਭਾਵ ਕਿ ਅਸੀਂ ਨਵੀਨ ਕੁਮਾਰ ਨੂੰ ਇਹ ਜਿਹੜੀ ਲੈਟਰ ਲਿਖੀ ਹੈ ਅਸੀਂ ਉਹਦਾ। ਅਦਰਵਾਈਜ਼ ਇੱਥੇ ਅਸੀਂ ਜਿਸ ਵੀ ਬੰਦੇ ਦਾ, ਜੇ ਅਸੀਂ ਆਪਣੇ ਪਿਤਾ ਨੂੰ ਲਿਖ ਰਹੇ ਹਾਂ ਜਿੱਥੇ ਪਿਤਾ ਰਹਿੰਦਾ ਉਹਦਾ ਐਡਰੈਸ ਲਿਖਾਂਗੇ, ਜਾਂ ਭੈਣ ਜਾਂ ਭਰਾ ਜਿਹਨੂੰ ਵੀ ਲਿਖ ਰਹੇ ਹਾਂ ਉਸ ਦਾ ਪਤਾ ਲਿਖਾਂਗੇ। ਹਾਂਜੀ, ਸੋ ਫਸਟ ਲੈਟਰ ਹੈ ਸਾਡੇ ਸਿਲੇਬਸ ਦੀ ਜਿਹੜੀ ਹੈ ਤੁਹਾਡਾ ਛੋਟਾ ਭਰਾ ਕਿਤਾਬੀ ਕੀੜਾ ਹੈ। ਉਹਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਨਾ
ਪੱਤਰ ਲਿਖੋ। ਹੁਣ ਸਭ ਤੋਂ ਪਹਿਲਾਂ ਲਿਖਿਆ ਹੋਇਆ ਪ੍ਰੀਖਿਆ ਭਵਨ, ਸ਼ਹਿਰ ਤੇ ਡੇਟ। ਇਹ ਤੋਂ ਭਾਵ ਹੈ ਕਿ ਅਸੀਂ ਐਗਜ਼ਾਮੀਨੇਸ਼ਨ ਹਾਲ 'ਚ ਬੈਠੇ ਲੈਟਰ ਲਿਖ ਰਹੇ ਹਾਂ, ਸੋ ਅਸੀਂ ਆਪਣਾ ਉੱਥੋਂ ਦਾ ਐਡਰੈਸ ਲਿਖਿਆ। ਇਹ ਸਾਡਾ ਆਪਣਾ ਐਡਰੈਸ ਹੋਏਗਾ। ਇਹ ਹੈ ਆਰੰਭ ਭਾਗ। ਸੈਕਿੰਡ 'ਚ ਇਹਨਾਂ ਨੇ ਲਿਖਿਆ ਹੈ ਪਿਆਰੇ ਦੀਪਕ, ਇਹ ਸੰਬੋਧਨੀ ਪਦ ਸੈਕਿੰਡ ਪਾਰਟ ਆ ਗਿਆ। ਇਹਦੇ ਵਿੱਚ ਮਤਲਬ ਅਸੀਂ ਜਿਹਨੂੰ ਲੈਟਰ ਲਿਖਿਆ ਉਹਦੇ ਲਈ ਸ਼ਬਦ ਲਿਖੇ ਹੈ। ਅੱਗੇ ਕੱਲ੍ਹ ਹੀ ਮਾਤਾ ਜੀ ਦੀ ਚਿੱਠੀ ਮਿਲੀ, ਪੂਰਾ ਜਿਹੜਾ ਫਾਰਮੈਟ ਹੈ 2-3 ਪੈਰਾਗ੍ਰਾਫ ਲਿਖੇ ਹੋਏ ਆ ਅਸੀਂ। ਇਹਦੇ ਵਿੱਚ ਅਸੀਂ ਉਹਨੂੰ ਐਕਸਪਲੇਨ ਕਰ ਰਹੇ ਪ੍ਰੋਪਰ ਆਪਣਾ ਮੈਟਰ। ਹੁਣ ਇਹ ਮੈਟਰ ਦਾ ਦੇਖ ਲਓ ਇਹਦੇ ਵਿੱਚ ਕੀ ਹੈ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਹੈ ਕਿ ਸਾਨੂੰ ਪਤਾ ਲੱਗਿਆ ਕਿ ਉਹ ਪੜ੍ਹਾਈ 'ਚ ਅੱਛਾ ਹੈ ਪਰ ਖੇਡਾਂ 'ਚ ਅੱਛਾ ਨਹੀਂ ਹੈ, ਜਿਸ ਕਰਕੇ ਉਹਦੀ ਸਿਹਤ ਠੀਕ ਨਹੀਂ ਰਹਿੰਦੀ। ਸੋ ਅਸੀਂ ਲੈਟਰ ਸ਼ੁਰੂ ਕਰਾਂਗੇ ਕਿ ਤੁਹਾਡੇ ਪਿਤਾ ਜਾਂ ਮਾਤਾ ਜੀ ਦੀ ਚਿੱਠੀ ਮਿਲੀ, ਜੇ ਤੋਂ ਪਤਾ ਲੱਗਿਆ ਕਿ ਤੇਰਾ ਰਿਜ਼ਲਟ ਬਹੁਤ ਅੱਛਾ ਆਇਆ ਹੈ। ਉਹ ਸਾਰੇ ਬਹੁਤ ਖੁਸ਼ ਹਾਂ, ਮੈਂ ਵੀ ਬਹੁਤ ਖੁਸ਼ ਹਾਂ ਤੇਰੇ ਰਿਜ਼ਲਟ ਬਾਰੇ ਜਾਣ ਕੇ, ਪਰ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਤੇਰੀ ਸਿਹਤ ਠੀਕ ਨਹੀਂ ਰਹਿੰਦੀ। ਇੰਨਾ ਪੈਰਾਗ੍ਰਾਫ। ਉਹ ਤੋਂ ਬਾਅਦ ਨੈਕਸਟ ਪੈਰਾਗ੍ਰਾਫ ਤੁਸੀਂ ਐਕਸਪਲੇਨ ਕਰ ਸਕਦੇ ਹੋ ਕਿ ਉਹਦੀ ਸਿਹਤ ਠੀਕ ਕਿਉਂ ਨਹੀਂ ਰਹਿੰਦੀ। ਰੀਜ਼ਨ ਇਹ ਹੈ ਕਿ ਉਹ ਸਾਰਾ ਦਿਨ ਪੜ੍ਹਦਾ ਹੀ ਰਹਿੰਦਾ ਹੈ, ਪੜ੍ਹਨ ਦੇ ਨਾਲ ਨਾਲ ਖੇਡਾਂ ਵੱਲ ਜਾਂ ਕੋਈ ਵੀ ਸਰੀਰਕ ਐਕਟੀਵਿਟੀ ਨਹੀਂ ਕਰਦਾ। ਠੀਕ ਹੈ ਜੀ। ਹੁਣ ਉਹ ਤੋਂ ਬਾਅਦ ਤੁਸੀਂ ਉਹਦੀ ਇੰਪੋਰਟੈਂਸ ਕਰੋਗੇ ਕਿ ਸਰੀਰਕ ਐਕਟੀਵਿਟੀਜ਼ ਦੀ ਇੰਪੋਰਟੈਂਸ ਕੀ ਹੈ, ਕਿਉਂ ਕਰਨੀਆਂ ਚਾਹੀਦੀਆਂ ਉਹਨੂੰ। ਦੱਸੋਗੇ ਕਿ ਉਹਦਾ ਸਰੀਰ ਤੰਦਰੁਸਤ ਰਹੇਗਾ ਤਾਂ ਦਿਮਾਗ ਵੀ ਜ਼ਿਆਦਾ ਤੇਜ਼ ਹੋਏਗਾ ਅਤੇ ਪੜ੍ਹਾਈ ਵੱਲ ਵੀ ਜ਼ਿਆਦਾ ਹੋਏਗਾ। ਜੇ ਉਹ ਸਿਰਫ ਪੜ੍ਹਦਾ ਹੀ ਰਿਹਾ, ਬਿਮਾਰ ਰਿਹਾ, ਤਾਂ ਉਹਦੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਜੇ ਉਹ ਬਿਮਾਰ ਰਹਿ ਕੇ ਆਪਣੇ ਜਿਹੜੇ ਸਿਹਤ ਠੀਕ ਨਾ ਰੱਖ ਕੇ ਅੱਗੇ ਸਫਲਤਾ ਪ੍ਰਾਪਤ ਨਹੀਂ ਕਰ ਸਕੇਗਾ। ਸੋ ਇਹਦੇ ਵਿੱਚ ਤੁਸੀਂ 2 ਜਾਂ 3 ਜਿਹੜੇ ਵੀ ਖੇਡਾਂ ਖੇਡਣ ਦੇ ਫਾਇਦੇ ਹੈ ਉਹ ਦੱਸੋਗੇ। ਸੋ ਇਹਦੇ ਮੱਧ ਭਾਗ ਦੀ ਜਿਹੜੀ ਲਾਸਟ ਲਾਈਨ ਹੈ ਉਹਦੇ 'ਚ ਤੁਸੀਂ ਕਰ ਦਿਓਗੇ ਕਿ ਮੈਨੂੰ ਆਸ ਹੈ ਕਿ ਤੂੰ ਮੇਰੀਆਂ ਗੱਲਾਂ ਨੂੰ ਸਮਝੇਗਾ ਅਤੇ ਅੱਜ ਤੋਂ ਬਾਅਦ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲਵੇਂਗਾ। ਉਹ ਤੋਂ ਬਾਅਦ ਹੈ ਅਸੀਂ 4th ਪਾਰਟ 'ਤੇ ਕਰ ਰਹੇ ਹਾਂ ਕਿ ਅਸੀਂ ਆਪਣਾ ਰਿਲੇਸ਼ਨ ਦੱਸ ਰਹੇ ਹਾਂ ਉਸ ਬੰਦੇ ਦੇ ਨਾਲ। ਜਿਵੇਂ ਹੁਣ ਇੱਥੇ ਲਿਖਿਆ ਗਿਆ ਛੋਟੇ ਭਰਾ ਨੂੰ ਤੇਰਾ ਵੱਡਾ ਭਰਾ। ਠੀਕ ਹੈ ਜੀ। ਇੱਥੇ ਇੱਕ ਸਾਈਡ 'ਤੇ ਤੁਸੀਂ ਲਿਖ ਦਿਓਗੇ ਐਡਰੈਸ ਭਾਵ ਤੁਸੀਂ ਜਿਸ ਬੰਦੇ ਨੂੰ ਜਿੱਥੇ ਵੀ ਤੁਸੀਂ ਚਿੱਠੀ ਲਿਖ ਰਹੇ ਆ ਉਸ ਦਾ ਐਡਰੈਸ।